सत श्री अकाल जी, सत श्री अकाल। हाँ भी विकर सिंह किवें आउणा होया? बस भाई छोटा जिहा काम सी, एक तुहाडे दा पटवारी साहब। बोल विकर सिंह, की काम है? काम थोड़ा पर्दे वाला, थोड़ा नेड़े हो जाओ। पर्दे वाला सौखा है? सौखी है गल। ऐदां पटवारी साहब, अपनी न्याय वाली पैली किसी तरीके नाल मेरे नाल चाड़ दो। विकर सिंह जवाकां वाली गल्लां करदा है, ये किवें हो सकदा है? ਉਹਨੂੰ ਕੀ नहीं हो सकता पटवारी साहब, सब कुछ हो सकता। तुसी की नहीं कर सकते। आ चक खर्चा पानी ते मेरा काम कर। विकर सिंह काम एडा वड्डा ते खर्चे पानी जी चलाउण नूं फिरदा। आ ले पटवारी साहब, एक गुट्टी होर ले ला। नहीं 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 विकर सिंह, मैं आपकी नौकरी गवाउणी है। ले भी पटवारी, ना बोली। ले भी पटवारी, इस गल की भाप नहीं निकलनी चाहिए। ਉਹ मैं कहना विकर सिंह आराम नाल जाके सौ जा, किसी गल की चिंता ना करी। चंगा। हाल चाल है? हाल तो ठीक है, पर तू इत्थे की करदा? पट्ठे लेन आया सी। मैं सोचा खेत गेड़े मारिया वा। हुण तैनूं न्याई वाले खेत गेड़ा मारने की कोई लोड़ नहीं। क्यों भाई, अपने खेत गेड़ा ना मारो, होर किहदे खेत गेड़ा मारू? हुण ये खेत अपना नहीं, ये सिर्फ मेरा। बापू ने जिवें जाओ मेरे नाल करते ही पैली। ये किवें हो सकता है? ये तो तुम मेरी अनपढ़ता का फायदा उठाना है। मेरे नाल वध घट गल करने की लोड़ नहीं। जा जाके पटवारी को कागज वेख ला। कागज तो देखूंगा ही, और हुण चुप थोड़ा रहूंगा। सत श्री अकाल पटवारी साहब। सत श्री अकाल। आ भी बचित्र सिंह किवें है? किवें आउणा होया? काम सी कोई? काम सीधा तां ही आया। हाँ दस। पटवारी साहब खोलो अपना जवाबबंदी वाला खाता। ना तू की वेखना उहदे चों? तू खोल तो सही। लै लै खुल गया खाता। लै हुण दस की वेखना? देख पटवारी साहब, साडी न्याई वाली पैली किहदे किहदे नाम बोलदी है? ਇਹ ਤੁਹਾਡੀ ਨਿਆਈ ਵਾਲੀ ਪਹਿਲੀ ਸਾਰੀ ਇਹ ਵਿਕਰ ਸਿੰਘ ਦੇ ਨਾਮ ਬੋਲਦੀ ਹੈ। ਬਹੁਤ ਚਿਰ ਪਹਿਲਾਂ ਤੇਰਾ ਬਾਪੂ ਉਹਦੇ ਨਾਂ ਕਰਾ ਗਿਆ ਸੀ। ਇਹ ਕਿਵੇਂ ਹੋ ਸਕਦਾ ਹੈ? ਮੈਨੂੰ ਤਾਂ ਦਾਲ ਦੇ ਵਿੱਚ ਕੁਛ ਕਾਲਾ ਲੱਗਦਾ। ਹੁਣ ਤਾਂ ਮੈਨੂੰ ਕੁਛ ਨਾ ਕੁਛ ਕਰਨਾ ਪਊਗਾ। ਕੀ ਗੱਲ ਹੋਈ? ਚੁੱਪ ਕਰਕੇ ਆ ਕੇ ਪੈ ਗਿਆ। ਮੈਨੂੰ ਦੱਸੋ, ਕੁਛ ਦੁਖਦਾ ਤੁਹਾਡਾ? ਦੁਖਣਾ ਕੀ ਆ? ਮੈਂ ਤਾਂ ਉਸ ਵੇਲੇ ਨੂੰ ਪਛਤਾਉਣਾ ਜਦੋਂ ਬਾਪੂ ਕਹਿੰਦਾ ਸੀ 4 ਅੱਖਰ ਪੜ੍ਹ ਲਾ। ਜੇ ਮੈਂ ਉਸ ਦਿਨ ਪੜ੍ਹਿਆ ਹੁੰਦਾ ਅੱਜ ਮੇਰੇ ਕੰਮ ਆਉਣਾ ਸੀ। ਕੀ ਗੱਲ ਹੋਈ ਆ? ਮੈਨੂੰ ਕੁਛ ਤਾਂ ਦੱਸ। ਪ੍ਰੀਤੋ, ਵਿਕਰ ਨੇ ਸਾਰੀ ਪਹਿਲੀ ਨਿਆਈ ਵਾਲੀ ਆਪਣੇ ਨਾਂ ਕਰਵਾ ਲਈ। ਨਾ ਇਹ ਕਿਵੇਂ ਹੋ ਸਕਦਾ ਏ? ਮੈਨੂੰ ਤਾਂ ਐਂ ਲੱਗਦਾ ਪ੍ਰੀਤੋ ਜਿਵੇਂ ਇਹ ਕੰਮ ਪਟਵਾਰੀ ਨਾਲ ਰਲ ਕੇ ਕੀਤਾ ਹੋਵੇ। ਤੂੰ ਚੁੱਪ ਕਰਕੇ ਕਿਉਂ ਬੈਠਾ ਏ? ਬੰਦੇ 4 ਇਕੱਠੇ ਕਰਕੇ ਰੌਲਾ ਪਾ। ਪ੍ਰੀਤੋ ਹੁਣ ਕੁਛ ਨਹੀਂ ਹੋ ਸਕਦਾ। ਉਹ ਕਿਉਂ ਨਹੀਂ ਸਕਦਾ? ਸਾਰਾ ਕੁਝ ਹੋ ਸਕਦਾ। ਪਿੰਡ ਦੇ ਮੋਢੀ ਬੰਦੇ ਕੋਲੇ ਜਾ। ਜਥੇਦਾਰ ਕੋਲੇ? ਤੁਰਿਆ ਫਿਰਿਆ ਬੰਦਾ, ਆਪਣਾ ਮਸਲਾ ਹੱਲ ਹੋ ਜਾਊਗਾ। ਚੰਗਾ ਪ੍ਰੀਤੋ, ਫਿਰ ਮੈਂ ਜਥੇਦਾਰ ਕੋਲ ਜਾਣਾ। कितना किवें आया सी? ਜਥੇਦਾਰਾ ਵਿਕਰ ਨੇ ਆਪਣੀ ਨਿਆਈ ਵਾਲੀ ਪੈਲੀ ਧੋਖੇ ਨਾਲ ਆਪਦੇ ਨਾਲ ਕਰਾ ਲਈ। ਉਹ ਕਿਹੜੀ ਪੈਲੀ? ਨਿਆਈ ਵਾਲੀ। ਇਹ ਕਿਵੇਂ ਹੋ ਸਕਦਾ? ਤੇਰੇ ਬਾਪੂ ਨੇ ਮੇਰੇ ਸਾਹਮਣੇ ਸਾਰੀ ਜਾਇਦਾਦ ਭਾਂਡਾ ਟਿੰਡਾ ਤੇਰੇ ਬਾਪੂ ਨੇ 2 ਭਰਾਵਾਂ ਨਾਂ ਕੀਤਾ। ਮੈਨੂੰ ਤਾਂ ਐਂ ਲੱਗਦਾ ਇਸ ਕੰਮ 'ਚ ਪਟਵਾਰੀ ਦਾ ਵੀ ਹੱਥ। ਤੂੰ ਘਬਰਾ ਨਾ, ਤੂੰ ਚਾਹ ਪੀ, ਮੈਂ ਰੋਟੀ ਖਾਣਾ, ਫਿਰ ਆਪਾਂ ਪਟਵਾਰੀ ਕੋਲ ਚੱਲਦੇ ਆਂ। ਦੀਪੋ ਪੁੱਤ,
ਚੱਲ ਗਿਆ ਯਾਰ। ਓਏ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਆ ਜਥੇਦਾਰਾ ਬਹਿ ਜਾ। ਬਹਿ ਤਾਂ ਜਾਂਦੇ ਆ। ਪਟਵਾਰੀ ਸਾਹਿਬ ਵਿਚਿੱਤਰ ਕਹਿੰਦਾ ਨਿਆਈ ਵਾਲੀ ਪੈਲੀ ਝੜੀ ਸਾਡੀ ਉਹ ਵਿਕਰ ਨਾਲ ਬੋਲਦੀ ਆ, ਤੁਸੀਂ ਦੱਸੋ ਇਹ ਕਿਵੇਂ ਹੋ ਸਕਦਾ? ਹਾਂ ਜਥੇਦਾਰਾ, ਇਹਦਾ ਪਿਓ ਸਾਰੀ ਪਹਿਲੀ ਉਹਦੇ ਨਾਂ ਕਰਾ ਗਿਆ ਸੀ। ਰੱਬ ਨੂੰ ਜਾਨ ਦੇਣੀ ਆ, ਤੂੰ ਪਟਵਾਰੀ ਝੂਠਾ ਬੋਲ। ਇਹਦੇ ਬਾਪੂ ਨੇ ਸਾਰੀ ਜਾਇਦਾਦ ਭਾਂਡਾ ਟਿੰਡਾ ਦੋ ਭਰਾਵਾਂ ਨੂੰ ਬਰਾਬਰ ਵੰਡਿਆ। ਤੁਸੀਂ ਰਲ ਕੇ ਵਿਕਰ ਨਾਲ ਇਹਦੇ ਅਨਪੜ੍ਹ ਦਾ ਫਾਇਦਾ ਉਠਾਉਣੇ ਆ। ਨਹੀਂ ਜਥੇਦਾਰਾ ਨਹੀਂ। ਭਲਾ ਇਹਦੇ ਚ ਮੇਰਾ ਕੀ ਫਾਇਦਾ ਹੋਣਾ ਇਹਦੇ ਚ? ਗੱਲ ਸੁਣ, 100 ਹੱਥ ਰੱਖਾ ਸਿਰੇ ਦੇ ਗੰਢ। ਮੈਂ ਇੱਕੋ ਗੱਲ ਕਹਿਣਾ, ਆਪਾਂ ਇੱਥੇ ਤਿੰਨੇ ਜਾਣੇ ਆ, ਹੋਰ ਕੋਈ ਨਹੀਂ। ਬੰਦਾ ਬਣ ਕੇ ਸਾਰੇ ਕਾਗਜ਼ ਸਹੀ ਕਰ ਦੇ, ਨਹੀਂ ਤੇ ਤੇਰੇ ਤੇ 400 ਦਾ ਪਰਚਾ ਹੋਊਗਾ, ਤੇਰੀ ਨੌਕਰੀ ਜਾਊ। ਠੀਕ ਹੈ ਜਥੇਦਾਰ ਸਾਹਿਬ, ਮੈਂ ਸਾਰੇ ਕਾਗਜ਼ ਪੱਤਰ ਬਿਲਕੁਲ ਠੀਕ ਕਰ ਦਿੰਦਾ, ਪਰ ਇੱਕ ਮੇਰੀ ਬੇਨਤੀ ਹੈ ਕਿ ਇਹ ਕਿਸੇ ਨੂੰ ਪਤਾ ਨਾ ਲੱਗੇ। ਮੇਰੀ ਨੌਕਰੀ ਦਾ ਹੀ ਸਵਾਲ ਹੈ ਤੇ ਨਾਲੇ ਪਿੰਡ ਮੇਰੀ ਬੇਇੱਜ਼ਤੀ ਦਾ ਸਵਾਲ ਹੈ। ਬਿਲਕੁਲ ਕਿਸੇ ਕੋਲ ਗੱਲ ਨਹੀਂ ਕਰਦੇ। ਲਓ ਜਥੇਦਾਰ ਸਾਹਿਬ, ਮੈਂ ਹੁਣੇ ਸਾਰਾ ਕੁਝ ਠੀਕ ਕਰ ਦਿੰਦਾ। ਗੱਲ ਸੁਣ ਪਟਵਾਰੀਆ, ਇੱਧਰ ਮੁੜ ਕੇ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਬਿਲਕੁਲ ਸਹੀ ਕੰਮ ਕਰਨੇ ਆ, ਤੇ ਮੈਥੋਂ ਬੜਾ ਕੋਈ ਨਹੀਂ। ਜਥੇਦਾਰ ਸਾਹਿਬ, ਮੈਂ ਸਾਰੇ ਕੰਮ ਠੀਕ ਕਰੂੰਗਾ, ਇਸ ਤੋਂ ਬਾਅਦ ਮੇਰਾ ਲਾਮਾ ਕੋਈ ਨਹੀਂ ਆਉਂਦਾ। ਕਿੱਥੇ ਹੀ ਆਗੂ ਪਾ ਲਿਆ, ਮਸਾਂ ਹੀ ਖੜਾ ਛੜਾਇਆ। ਬਿਕਰਾ, ਓ ਬਿਕਰਾ, ਕੀ ਗੱਲ ਆ, ਅੱਜ ਬੜਾ ਔਖਾ ਜਿਹਾ ਬੋਲਦਾ। ਤੂੰ ਮੈਨੂੰ ਕਾਗਜ਼ ਵੇਖਣ ਨੂੰ ਕਿਹਾ ਸੀ, ਮੈਂ ਤਾਂ ਕਾਗਜ਼ ਵੇਖਿਆ, ਹੁਣ ਤੂੰ ਵੀ ਜਾ ਕੇ ਵੇਖਿਆ। ਤੂੰ ਕਿ ਉੱਥੇ ਵੇਖ ਆਇਆ? ਤੁਸੀਂ ਜਿਹੜੀ ਕਰਤੂਤ ਕੀਤੀ ਉਹ ਸਹੀ ਕਰਾ ਕੇ ਆਇਆ। ਕਿਹੜੀ ਕਰਤੂਤ ਦੀ ਗੱਲ ਕਰਦਾ ਤੂੰ? ਮੈਨੂੰ ਕੀ ਪੁੱਛਣਾ, ਜਾ ਕੇ ਪਟਵਾਰੀ ਨੂੰ ਪੁੱਛ। ਕਰਦਾ ਪਟਵਾਰੀ ਨਾਲ ਜਾ ਕੇ ਗੱਲ, ਪੈਸੇ ਲੈ ਕੇ ਵੀ ਕੰਮ ਨਹੀਂ ਕਰਦਾ। ਉਹ ਪਟਵਾਰੀਆ 75 ਕੀ ਕਹਿੰਦਾ? ਉਹ ਠੀਕ ਹੀ ਕਹਿੰਦਾ ਹੈ, ਜਥੇਦਾਰ ਨੇ ਸਾਰੀ ਕੀਤੀ ਕਰਾਈ ਤੇ ਪਾਣੀ ਫੇਰਤਾ। ਪਰ ਤੂੰ ਵੇਖਦਾ ਜਾਈਂ, ਇਹ ਜਥੇਦਾਰ ਨੂੰ ਹਰਜਾਨਾ ਭਰਨਾ ਪਊ। ਹੁਣ ਤੂੰ ਵੇਖਦਾ ਜਾ ਬਿਕਰਾ, ਮੈਂ ਹੁਣ ਕੀ ਕਰਦਾ। ਤੂੰ ਕੀ ਬਾਅਦ ਚ ਕਰੀ, ਪਹਿਲਾਂ ਮੇਰਾ 25,000 ਰੁਪਇਆ ਫੜਾ। ਲੈ ਭਰਾਵਾ, ਫੜਾ ਪੈਸੇ ਲੈ ਕੇ ਕੰਮ ਨਹੀਂ ਕਰਦਾ। ਜਥੇਦਾਰਾ, ਤੂੰ ਮੇਰੇ 25,000 ਤੇ ਪਾਣੀ ਨਹੀਂ ਫੇਰਿਆ। ਹੁਣ ਤੂੰ ਵੇਖਦਾ ਜਾਈਂ, ਸਾਰਾ ਪਿੰਡ ਪਾਣੀ ਨੂੰ ਤਰਸੂਗਾ। ਨਹੀਂ ਭਲੀ ਜਾਂਦੀ ਅੱਧਾ ਘੰਟਾ ਹੋ ਗਿਆ ਮੈਨੂੰ ਵੇਖੀ ਜਾਂਦੇ ਨੂੰ। ਤੈਨੂੰ ਤੂੰ ਸਾਈਕਲ ਚਲਾਵੇਂਗਾ, ਕਿੰਨੇ ਦੀ ਗਿਆ ਮੈਨੂੰ ਬਣਾ ਦੇਣਾ ਕਰ। ਅਲਾ ਆ ਕਸੇ ਪ੍ਰਕਾਸ਼ ਤੇਰਾ ਵੱਡਾ ਤੂੰ ਕਿੱਥੇ ਨਾ ਸਾਈਕਲ ਲੈ ਕੇ? ਮੈਂ ਅੱਜ ਪਿੰਡ ਦਾ ਗੇੜਾ ਲਾ ਕੇ ਆਉਣਾ ਵੱਡੇ ਨੇ ਤੂੰ ਤੈਨੂੰ ਕਹਦੇ ਤੇਰਾ ਵਿਆਹ ਨਹੀਂ ਹੁੰਦਾ। ਸਾਲੇ ਦੇ ਜਿਵੇਂ ਦੋ ਹੋਏ ਹੁੰਦੇ ਆ। ਆਵੇ ਹੁਣ ਵੇਖੀ ਆ ਵਿਆਹ ਨੂੰ ਛੱਡ ਹੁਣ ਵੇਖੀ ਕਿਵੇਂ ਆ ਕੇ ਫੜ ਕੰਨ ਲਾ ਕੇ ਮੈਂ ਦੋ ਕੰਨ ਨਹੀਂ ਲਾਉਣਾ। ਥੱਲੇ ਰੱਖ ਦੇ। ਅੱਛਾ ਪੈਰ ਥੱਲੇ ਵੀ ਰੱਖਣਾ ਹੈ। ਭਾਈ ਕਹਿੰਦਾ ਮੈਨੂੰ ਕੰਮ ਲੈ ਦਿਓ। ਚੱਲ ਜਾਂਦੀ ਭਈਏ ਮੇਰੇ ਜਾ ਕੇ ਪਿੰਡ ਸਿਆਪਾ ਪਾ ਸਾਰਾ ਕੰਮ ਤੂੰ ਬਣਾ ਲਾ ਜਾ ਕੇ। ਸਬਜ਼ੀ ਬਣਾ ਲਾ ਕੇ ਇੱਥੇ ਹੁਣ ਕੱਲ ਅਗਲੇ ਟਾਇਰ 'ਚ ਹਵਾ ਭਰ ਕੇ ਜਾਊਂਗਾ।
ਅੱਗੇ ਬਾਲ ਨਹੀਂ ਕਰੇ ਚੌਕੀ ਪੂਰਾ ਹਾਲ ਕਰਤਾ ਹੈ ਮੇਰਾ ਕਿੰਨਾ ਕੁ ਬੁਰਾ ਹਾਲ ਕਰਤਾ ਮੇਰਾ ਅੱਗੇ ਬਾਲ ਨਹੀਂ ਮੈਂ ਕਹਾਂ ਕਿਧਰੋਂ ਆਉਣਾ ਸੀ ਮੈਂ ਤਾਂ ਤੇਰਾ ਧੂਆਂ ਬਲਦਾ ਵੇਖ ਕੇ ਆ ਗਿਆ ਤੂੰ ਆ ਗੱਲ ਕਰਨਾ ਕੀ ਆ ਕਿਹੜੀ ਤੂੰ ਸਬਜ਼ੀ ਬਣਾ ਦੇ ਹਾਂ ਸਬਜ਼ੀ ਬਣਾ ਦੇ ਬਣਾਉਣੀ ਕਿੰਨੇ ਆ ਬਾਹਰੋਂ ਮਾਂ ਨੇ ਤਾਂ ਨਹੀਂ ਆਉਣਾ ਜੀ ਮਾਨ ਜੀ ਇੰਨਾ ਜਿਹਾ ਬਣਾਉਂਦਾ ਮਾਂ ਸਾਡੇ ਕਮਲਿਆ ਮੇਰਾ ਵਿਆਹ ਆਂਦਾ ਤੇਰੇ ਵਰਗੇ ਦੇ ਬੱਚੇ ਨਾ ਲੱਗਦਾ ਤਾਈਓ ਕਿਹਾ ਸੀ ਪਿਓ ਨੂੰ ਵੀ ਤੂੰ ਜੀ ਹੋਰ ਕਰ ਲਾ ਉਹ ਕਿਹੜਾ ਆਖੇ ਲੱਗਾ ਐ ਸਾਲਾ ਕੀ ਧਰਨ ਲੱਗਾ ਧੂਆਂ ਹੀ ਧੂਆਂ ਕੀਤਾ ਪਿਆ ਤੇਰਾ ਉਹ ਕਹੋ ਯਾ ਬੰਦਾ ਬਣਾਉਣਾ ਕੀ ਆ ਉਹੀ ਆ ਜਿਹੜਾ ਆਪਾਂ ਰੋਜ਼ ਬਣਾ ਕੇ ਖਾਂਦੇ ਆ ਤੂੰ ਬਾਤ ਵੱਡਾ ਤੂੰ ਆ ਗਿਆ ਰਸੋਈ ਆ ਬੀੜੀ ਲਾਈਏ ਕਿਵੇਂ ਦੇਖਿਆ ਵੇਖ ਲੈ ਐ ਬਲਦੀ ਆ ਹਾਂ ਵੇਖ ਲੈ ਲਈ ਨਹੀਂ ਮੈਂ ਤਾਂ ਵੱਡੇ ਵੱਡੇ ਘਰਾਂ ਜਾ ਕੇ ਲਾਦੀ ਹੈ ਤੈਨੂੰ ਮੈਂ ਦਿੰਦਾ ਤੂੰ ਮਸਾਲਾ ਪਾਉਣਾ खड़ जा कालिया खड़ जा हथ मेरे का झूठे गंदे हथ तेनू कुछ पता पिंड च की कुछ होई जांदा किन्ने किन्ने वधिया काम होई जांदे आ ਕੀ ਕਹੀ ਜਾਂਦਾ ए अपना बिक्कर का भरा बचित्र नहीं बचित्र ਹਾਂ ਹਾਂ ਓਏ ਜਥੇਦਾਰ ਦੀ ਬੱਲੇ ਬੱਲੇ ਹੋਈ ਜਾਂਦੀ ਹੈ ਬਚਿੱਤਰ ਦਾ ਪੈਲੀ ਵਾਲਾ ਕੰਮ ਸਾਰਾ ਸਹੀ ਕਰਾਤਾ ਜਥੇਦਾਰ ਨੇ ਸਵਾਗਤ ਹੈ ਬੱਲੇ ਬੱਲੇ ਤਾਂ ਉਦੋਂ ਹੋਊਗੀ ਜਿੱਦਾਂ ਸਾਡਾ ਵਿਆਹ ਕਰਵਾਊਗਾ ਓਏ ਰੰਡੀ ਆਪਣੇ ਵੇਲੇ ਕੀ ਕੁਛ ਹੋ ਗਿਆ ਇਹ ਆਹੀ ਹੋਣਾ ਆਪਣਾ ਇਹ ਸਾਰੀ ਉਮਰ ਨਾ ਐਂ ਤੱਕੇ ਗਏ ਐਂ ਸਦੀਆਂ ਬੰਦੀਆਂ ਨਹੀਂ ਹੋਣਾ ਕੰਮ ਚੱਲਣਾ ਕਿਹੜਾ ਗਰਮਾਂ ਵਾਲਾ ਕਿਹੜਾ ਭਾਗਾ ਵਾਲਾ ਸਾਡੇ ਘਰੇ ਚੂੜੀਆਂ ਨਹੀਂ ਲਿਆ ਕੇ ਦੇਊਗਾ ਇਹ ਕਿਸੇ ਨੇ ਨਹੀਂ ਲਿਆਉਣੀ ਇਹ ਟਾਂਜਰਾ ਕਿਸੇ ਨੇ ਨਹੀਂ ਲਿਆਉਣੀ ਜੇ ਕਿਸੇ ਨੇ ਨਹੀਂ ਲਿਆਉਣੀ ਤੇ ਤੂੰ ਕਰ ਲਾ ਤੂੰ ਹੀ ਕਿਸੇ ਦੇ ਮਿਹਨਤ ਕਰ ਲਾ ਇਹ ਜਥੇਦਾਰ ਹੀ ਕਹਿ ਦਿੰਦੇ ਆ ਉਹੀ ਕੋ ਕਰਾਊਗਾ ਆਪਣਾ ਇਹਨੂੰ ਵੀ ਵੇਖ ਲੈ ਬਣ ਗਈ ਆ ਕਿ ਨਹੀਂ ਬਣੀ ਓਏ ਮੈਂ ਆਇਆ ਮੈਨੂੰ ਨਹੀਂ ਪਤਾ ਕੀ ਕਰਨਾ ਉਹਨੇ ਚੈੱਕ ਕਰ ਲੈਣਾ ਮੈਂ ਉਹਨੇ ਤੇਰੇ ਸਾਹਮਣੇ ਚੈੱਕ ਹੋ ਜੂ ਤੂੰ ਪਰੇ ਕਰ ਨਾ ਛੜਾਲੀ ਮੈਂ ਕਿਹੜਾ ਪਹਿਲੀ ਵਾਰੀ ਖਾਣ ਲੱਗਾ ਵਾਹ ਯਾ ਆ ਗਿਆ ਬੰਦਿਆ ਟੱਲਾ ਟੱਲਾ ਖਾ ਗਿਆ ਆ ਚੱਲੀ ਆ ਪਤੀਲੀ ਹੈ ਓਏ ਆ ਗਿਆ ਆ ਚੱਲੀ ਆ ਮੇਰੀ ਲੱਤ ਫੜ ਲਈ ਕਿ ਜਿਹੜਾ ਥੱਲੇ ਤਾਂ ਕੋਈ ਵੀ ਨਹੀਂ ਪੈ ਗਿਆ ਓ ਲੈ ਤੂੰ ਵੀ ਖੋਤਾ ਹੀ ਆ ਤੂੰ ਕਹਿ ਦੇ ਮੈਨੂੰ ਮੰਜੇ ਦੀ ਫਸੀ ਆ ਕੱਢ ਓਏ ਇਹਨੂੰ ਬੋਰਕੀ ਨਹੀਂ ਇਹਨੂੰ ਕੱਢ ਅਮਲੀਆ ਕੀ ਲੱਭੀ ਇਹਨੇ ਲੱਗਦਾ ਆਪਣੇ ਘਰੇ ਜਨਾਨੀ ਆਈ ਆ
ਮੂਡ ਖਰਾਬ ਕਰੀ ਜਾਂਦਾ ਆਪਣੇ ਘਰੇ ਦੇ ਕੁੱਤੀ ਨੇ ਵਾਲੀ ਜਨਾਨੀ ਕਿੱਥੋਂ ਆ ਜੂਗੀ ਮੈਨੂੰ ਲੱਗਦਾ ਆਈ ਆ ਆਵੇਂ ਸੁਪਨੇ ਵੇਖਦਾ ਰਹਿੰਦਾ ਕਿੱਥੇ ਜਨਾਨੀ ਆ ਮੈਨੂੰ ਆਪਣੇ ਘਰੇ ਜਨਾਨੀ ਆਊਗੀ ਰਾਤੀ ਵੀ ਮੈਨੂੰ ਸੁਪਨਾ ਆਇਆ ਵੀ ਆਪਣੇ ਘਰੇ ਕੋਈ ਆਇਆ ਹੀ ਆਇਆ ਓਏ ਓਏ ਤੈਨੂੰ ਸੁਪਨਾ ਆ ਗਿਆ ਹਾਂ ਤੈਨੂੰ ਸੁਪਨਾ ਸੱਚੀ ਆ ਗਿਆ ਹਾਂ ਵਿਚੋਲਾ ਆਊਗਾ ਹੀ ਆਊਗਾ अब फिर तो सच्ची होगा अपने घर में जो लंबे हम यहाँ एक तो क्या ਆਏ ਗੱਲ ਸੁਣ ਏ ਅਮਲੀ ਨਾ ਕਹਿ ਛੜੇ ਕਿਆ ਕਰ ਸਾਨੂੰ ਅਸੀਂ ਕੀ ਖਾਣੇ ਸਾਨੂੰ ਅਮਲੀ ਕਹਿੰਦਾ ਤੂੰ ਹੈ ਓ ਭਾਈ ਕੋਈ ਤੂੰ ਸਾਰੇ ਪਿੰਡ ਦੇ ਰਿਸ਼ਤੇ ਕਰਾਈ ਜਾਂਦਾ ਕਿਤੇ ਸਾਡੇ ਬਾਰੇ ਵੀ ਸੋਚ ਲੈ ਕੁਝ ਰਸਤਾ ਤਾਂ ਕਰਾ ਦਾਂਗੇ ਪਰ ਪੈਸੇ ਲੱਗਣਗੇ ਕਿੰਨੇ ਕ ਪੈਸੇ ਲੱਗ ਜਾਣਗੇ ਵਿਚੋਲਿਆ ਰੁਪਈਆ ਲੱਗੂ 4000 ਹਾਂਜੀ ਵਿਆਹ ਕਰਾ ਦੂੰ ਓਏ ਰੁਪਈਏ ਦਾ ਜਿੰਨੇ ਮਰਜ਼ੀ ਲੈ ਲਈ ਪਰ ਇਹਨਾਂ ਦਾ ਜੇ ਸਾਡੇ ਘਰੇ ਰਹੂਗੀ ਕਿੰਨੇ ਦਿਨ ਬਈ ਲਿਆ ਦੂੰਗਾ ਪੱਕੀ ਇੱਕ ਵਾਰੀ ਛੱਡੀ ਆ ਓਏ ਮੈਂ ਗਿਆ ਪੱਕੀ ਲਿਆ ਦੇ ਪੱਕੀ ਪਵਾ 5 ਦੀ ਛੁੱਟੀ ਹੋਵੇ ਸ਼ਾਮ ਲਾਗੇ ਲਿਆ ਦੇ ਜਨਾਨੀ ਲਿਆਣਾ ਪੱਕੀ ਪੈਸੇ ਕੱਢੋ ਤੂੰ ਜਨਾਨੀ ਤਿਆਰ ਕਰ ਜਨਾਨੀ ਲਿਆ ਅਸੀਂ ਪੈਸੇ ਨਹੀਂ, ਪੈਸੇ ਕੱਢ ਲੈਣੇ। ਜਿੱਥੋਂ ਮਰਜ਼ੀ ਲਿਆਈਏ ਤੂੰ ਜਨਾਨੀ ਲਿਆ ਜਾ ਲੈ ਵੀ ਕਰਾ ਆਪਣਾ ਕੰਮ ਬਣ ਗਿਆ ਜਿਉਂਦਾ ਰਹਿ ਵਿਚੋਲਿਆ ਜਿਉਂਦਾ ਰਹਿ ਮੈਂ ਕਹਿੰਦਾ ਤੇਰੇ ਪੁੱਤ ਜੀਣ ਤੇਰਾ ਲਹੂ ਜੀਣਾ ਬੱਬੂ ਛਿੱਟਣਾ ਵਾਲੀ ਚੀਜ਼ ਸੀ ਕਰਤਾਰਾ ਤੈਨੂੰ ਖੇਡਣਾ ਨਹੀਂ ਆਇਆ ਇਹਨੂੰ ਸਾਰੀ ਉਮਰ ਹੋ ਗਈ ਤੇਰੀ ਚਿੱਟੀ ਦਾੜੀ ਆ ਗਈ ਤੇਰੇ ਆ ਬੇਗੀ ਛੱਟ ਬਾਈ ਜਸੇਦਾਰਾ ਕੀ ਹਾਲ ਆ ਕਿੱਧਰ ਕਈ ਚੱਕੀ ਆ ਅੱਜ ਮੇਰੀ ਮੋਗੇ ਦੇ ਵਾਰੀ ਆ ਪਾਣੀ ਲਾਉਣ ਚੱਲਿਆ ਪਟਵਾਰੀ ਸਾਹਿਬ ਤੁਸੀਂ ਇਹ ਕੀ ਕਰੀ ਜਾਂਦੇ ਤੈਨੂੰ ਦਿਸਦਾ ਨਹੀਂ ਮੋਗਾ ਬੰਦ ਕਰਾਈ ਜਾਂਦੇ ਹੋਰ ਕੀ ਤੇ ਮੋਗਾ ਤੁਸੀਂ ਕਿਵੇਂ ਬੰਦ ਕਰਾ ਸਕਦੇ ਆ ਪਾਣੀ ਤਾਂ ਸਾਨੂੰ ਸਰਕਾਰ ਦਿੰਦੀ ਤੇ ਹੈ ਪੰਜਾਬ ਸਰਕਾਰ ਨੇ ਬੰਦ ਕਰਨ ਦੇ ਆਰਡਰ ਦਿੱਤੇ ਆ ਆ ਦੇਖ ਪੰਜਾਬ ਸਰਕਾਰ ਵੱਲੋਂ ਲਿਖਤੀ ਰੂਪ ਚ ਆਰਡਰ ਹੈ ਮੇਰੇ ਕੋਲ ਉਹ ਭਾਈ ਤੁਸੀਂ ਮੋਗੇ ਨੂੰ ਬੰਦ ਕਰੋ ਇਹਨੇ ਤਾਂ ਐਵੇਂ ਬੋਲੀ ਜਾਣਾ ਪਟਵਾਰੀ ਸਾਹਿਬ ਇਹ ਕੰਮ ਠੀਕ ਨਹੀਂ ਅਸੀਂ ਉੱਪਰ ਤੱਕ ਜਾਵਾਂਗੇ ਕੀ ਹਾਲ ਜੀ ਬਸ ਠੀਕ ਆ ਹੋਇਆ ਕੀ ਗੱਲ ਆਈਟਾ ਯਾਰ ਆਪਣਾ ਪਟਵਾਰੀ ਨੇ ਮੋਗਾ ਬੰਦ ਕਰਾਦਾ ਤੇ ਆਪਾਂ ਪੰਚਾਇਤ ਇਕੱਠੀ ਕਰਨੀ ਆ ਤੂੰ ਨਰਮਲ ਨੂੰ ਲਿਆ ਨਰਿੰਦਰ ਸਿੰਘ ਨੂੰ ਲਿਆ ਸੱਬਾ ਨੂੰ ਲਿਆ ਸ਼ੇਰ ਸਿੰਘ ਨੂੰ ਲਿਆ ਤੇ ਮੈਂ ਉਹ ਪੰਚਾਇਤ ਘਰ ਚੱਲਦਾ ਮੈਂ ਸਾਰਾ ਸੱਤ ਲਿਆਉਣਾ ਤੂੰ ਉੱਥੇ ਫਿਰ ਚੱਲਦੇ ਕੋਈ ਨਹੀਂ ਆਪਾਂ ਕਰਦੇ ਕਰ ਜੂ ਦੇਖੋ ਵੀਰੋ ਆਪਣਾ ਸਰਕਾਰ ਨੇ ਮੋਗਾ ਬੰਦ ਕਰਤਾ ਆਪਾਂ ਫਸਲ ਕਿੱਥੋਂ ਪਾਵਾਂਗੇ ਬੱਚੇ ਕਿੱਥੋਂ ਪਾਵਾਂਗੇ ਆਪਣੇ ਸਿਰ ਤੇ ਤਾਂ ਪਹਿਲੇ ਬਹੁਤ ਕਰਜ਼ੇ ਆ ਆਪਾਂ ਨੂੰ ਕੁਝ ਕਰਨਾ ਚਾਹੀਦਾ ਜਥੇਦਾਰਾ ਤੂੰ ਪਿੰਡ ਦਾ ਮੋਢੀ ਬੰਦਾ ਤੂੰ ਅੱਗੇ ਲੱਗ ਅਸੀਂ ਸਾਰੇ ਤੇਰੇ ਨਾਲ ਆ
ਇੱਕ ਭਾਈ ਤੂੰ ਜੀਤ, ਇੱਕ ਤੇਜਾ ਸਿੰਘ ਤੂੰ ਚੱਲ, 2-3 ਬੰਦੇ ਹੋਰ ਚਲੋ, ਆਪਾਂ ਅਫਸਰ ਕੋਲ ਚੱਲਦੇ ਆ। ਭਾਈ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ। ਆ ਵੀ ਜਥੇਦਾਰ ਕਿਵੇਂ ਆਉਣਾ ਆ? ਉਹ ਕਾਹਦਾ ਆਉਣਾ ਹੈ? ਕੱਲ 2 ਸਿਪਾਹੀ ਲੈ ਕੇ ਪਟਵਾਰੀ ਅੱਛਾ। ਸਾਡੇ ਮੋਗੇ ਬੰਦ ਕਰ ਆਇਆ। ਹਾਂ ਹਾਂ ਹਾਂ। ਇਹ ਸਾਡੇ ਨਾਲ ਬੇਇਨਸਾਫੀ ਹੈ, ਇਸ ਤਰ੍ਹਾਂ ਸਾਡੇ ਬੱਚੇ ਭੁੱਖੇ ਮਰ ਜਾਣਗੇ। ਤੇ ਬੇਨਤੀ ਹੈ ਕਿ ਸਾਡੇ ਮੋਗੇ ਚਾਲੂ ਕਰਾਈ ਜਾਏ। ਆਏ ਆ ਜਥੇਦਾਰਾਂ ਵੀ ਮੋਗਾ ਚਾਲੂ ਕਰਾਉਣਾ ਨਾ, ਹਾਂਜੀ ਤੇ ਸ਼ਹਿਰ ਜਾਓ, ਹਾਂਜੀ ਉੱਥੇ ਪੰਜਾਬ ਵਿਭਾਗ ਦਾ ਦਫ਼ਤਰ ਹੈ, ਹਾਂਜੀ। ਉਹਦੇ ਅੱਗੇ ਜਾ ਕੇ ਧਰਨਾ ਦਿਓ, ਫਿਰ ਤੁਹਾਡਾ ਮੋਗਾ ਚਾਲੂ ਹੋਊਗਾ। ਤੁਹਾਡੇ ਵਾਸਤੇ ਕੋਈ ਰੋਕ ਨਹੀਂ। ਮੇਰੇ ਵੱਸੋਂ ਬਾਹਰ। ਅੱਛਾ ਜੀ, ਮਿਹਰਬਾਨੀ ਤੁਹਾਡੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਅਫਸਰ ਨੂੰ ਆਪਣੀ ਸੁਣੀ ਜੀ, ਹੁਣ ਆਪਾਂ ਨੂੰ ਧਰਨੇ ਲਾਉਣੇ ਬਣੇ ਜੇ ਆਪਾਂ ਮੋਗਾ ਖਲਾਉਣਾ ਤਾਂ ਕਿਵੇਂ ਕਰੀਏ ਹੁਣ ਦੱਸੋ ਮੈਨੂੰ। ਕਰਨਾ ਕੀ ਆ ਫਿਰ? ਚਲੋ ਉੱਠੋ ਆਪਾਂ ਧਰਨਾ ਦਈਏ, ਚੱਲੀਏ। ਕਿਸਾਨ ਜੁਨੀਅਰ ਕਿਸਾਨ ਜੁਨੀਅਰ ਕਿਸਾਨ ਜੁਨੀਅਰ ਕਿਸਾਨ ਜੁਨੀਅਰ ਪੰਜਾਬ ਸਰਕਾਰ ਪੰਜਾਬ ਸਰਕਾਰ ਪਟਵਾਰੀ ਪਟਵਾਰੀ ਸਾਡੇ ਮੋਗੇ ਸਾਡੇ ਕਿਸਾਨ ਜੁਨੀਅਰ ਕਿਸਾਨ ਜੁਨੀਅਰ ਕਿਸਾਨ ਜੁਨੀਅਰ ਪੰਜਾਬ ਸਰਕਾਰ ਸਾਡੇ ਮੋਗੇ ਪਟਵਾਰੀ ਮਰ ਗਿਆ। ਦੀਪੂ ਬੇਬੇ ਪਾਣੀ ਦਾ ਗਲਾਸ ਤਾਂ ਲਿਆ, ਲੈ ਫੜ। ਤੇ ਤੁਸੀਂ ਧਰਨੇ ਤੇ ਗਏ ਸੀ, ਕੀ ਬਣਿਆ ਧਰਨੇ ਦਾ? ਬਣਨਾ ਕੀ ਸੀਗਾ, ਮੁੰਡਿਆਂ ਨੂੰ ਪੁਲਿਸ ਫੜ ਕੇ ਲੈ ਜੀ ਆ, ਅਸੀਂ ਡੰਗ ਖਾ ਕੇ ਘਰੇ ਆ ਗਏ ਆ। ਤੂੰ ਵੀ ਵੱਡਾ ਆਗੂ ਬਣਿਆ ਫਿਰਦਾ ਸੀਗਾ, ਤੂੰ ਕਿਸੇ ਤੋਂ ਕੀ ਲੈਣਾ ਹੈ? ਤੂੰ ਆਪਣੇ ਕੰਮ ਨਾਲ ਮਤਲਬ ਰੱਖ। ਜਾ ਰੋਟੀ ਬਣਾ ਲਾ, ਮੇਰਾ ਦਿਮਾਗ ਨਾ ਖਰਾਬ। ਚੰਗਾ ਨਹੀਂ ਕਰਦੀ ਤੇਰਾ ਦਿਮਾਗ। ਬਾਪੂ ਸੁਭਾ ਹੋ ਗਈ ਆ। ਚਾਚਾ ਮੇਰੀ ਗੱਲ ਸੁਣ, ਤੇਰੇ ਪੈਸੇ ਕਿੰਨੇ ਆ? ਦੇਖੋ ਕਿੰਨੇ ਆ ਪੈ ਦੂੰਗਾ। ਮੇਰੇ ਕੋਲ ਤਾਂ ਬਹੁਤ ਹੈਗੇ ਆ, ਮੈਂ ਨਹੀਂ ਪੈਸੇ ਤੁੜਨ ਦਿੰਦਾ, ਮੈਂ ਪੈਸੇ ਨਹੀਂ ਤੁੜਨ ਦਿੰਦਾ। ਕੱਢ ਤੂੰ ਵੀ ਕੱਢ, ਆ ਤਾਂ 500 ਆ, ਹੋਰ ਕੱਢ, ਵਾਧੂ ਕੱਢ ਵਾਧੂ। ਲੈ ਵੀ ਮੇਰੇ ਕੋਲੇ ਤਾਂ ਵੇਖਦਾ ਕਿੰਨੇ ਪੈਸੇ ਆ। ਆਪਾਂ ਜਨਾਨੀ ਲੈ ਗਈ ਅੱਜ ਹੀ ਲੈਣੀ ਹੈ ਕਮਲਿਆ, ਇਹ ਹੁੰਦੀਆਂ ਦੀ ਚੀਜ਼ ਹੈ। ਕੀ ਹੋ ਗਿਆ? ਕੱਟ ਗਏ ਬੇਬੀ ਦਾ, ਕੱਟ ਗਏ ਪੈਸੇ ਦਾ, ਕੱਟ ਗਏ। ਕਿੰਨੇ ਘੜ ਗਏ? ਬਹੁਤ ਕੱਟ ਗਏ। ਕਿੰਨੇ? ਇਹ ਹੈਗੇ ਆ 1000 1200 1600 1700 1800 ਤੇ 2000 ਆ। ਕੋਈ ਗੱਲ ਨਹੀਂ ਅਮਲੀਆ, ਪੈਸੇ ਤਾਂ ਮੈਂ ਤੈਨੂੰ ਦੇ ਦਿੰਨਾ, ਪੂਰੇ ਕਰ ਦੂੰਗਾ, ਪਰ ਜਨਾਨੀ ਅੱਧੋ ਅੱਧੀ ਹੋਊਗੀ। ਨਹੀਂ ਤੂੰ ਵੱਟ ਕੇ ਆ ਜਾਏਗਾ। ਹਾਂ ਜਨਾਨੀ ਅੱਧੀ ਅੱਧੀ ਹੋਊਗੀ। ਹੱਲ ਆ ਪੈਸੇ ਹੋ ਗਏ ਪੂਰੇ। ਨਹੀਂ ਅੱਧੋ ਅੱਧੀ ਕਿਵੇਂ, ਮੈਨੂੰ ਦੱਸ ਤਾਂ ਦੇ। ਆ ਤੈਨੂੰ ਦੱਸਦਾ, ਪੈਸੇ ਚੱਕ।
ਵਿਆਹ ਕਰਾਂ ਉਹ ਮਾਂ ਨਹੀਂ ਰੱਖਣੇ ਆਪਾਂ ਤੁਹਾਨੂੰ ਦੇਣੇ ਆ ਜਿਹਨੂੰ ਮਰਜ਼ੀ ਦੇ ਤਾਂ ਕੋਈ ਨੀ, ਮੈਂ ਕਰਦਾ ਗੱਲ ਉਹਦੇ ਨਾਲ ਨਹੀਂ ਬਈ ਫਿਰ ਅਦੋਜੀ ਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਆਪਣੇ ਘਰੇ ਆ ਤਾਂ ਮੇਰੀ ਪੇਕੇ ਘਰੇ ਗਈ ਤੇਰੀ ਖਰਚੀ ਮਾਰ ਕੇ ਪਾੜ ਪਾ ਦੂੰ ਤੇ ਹੋਰ ਅਦੋਜੀ ਕਿਵੇਂ ਹੋਗੀ ਅੱਧੇ ਅੱਧੇ ਹੋਊਗੀ ਕਿਵੇਂ ਮੈਨੂੰ ਤੂੰ ਦੱਸ ਮੈਂ ਤੈਨੂੰ ਫੇਰ ਦੱਸਦਾ ਅਦੋਜੀ ਐ ਹੋਗੀ ਦਿਲਾ ਤੇਰੀ ਲਾ ਅੱਧੋ ਅੱਧੀ ਦਾ ਮਤਲਬ ਇਹ ਹੈ ਵੀ 4 ਦਿਨ ਮੇਰੀ ਅੱਛਾ 3 ਦਿਨ ਤੇਰੀ ਅੱਛਾ ਐਤਵਾਰ ਦੀ ਛੁੱਟੀ ਉਹ ਜਿਹੜੇ ਮਰਜ਼ੀ ਲੈ ਆਈ ਜਾ ਤੂੰ ਮੈਨੂੰ ਇੱਕ ਦਿਨ ਹੀ ਦੇ ਬਸ ਉਹ ਵਿਚੋਲਾ ਆਉਂਦਾ ਪਿਆ ਤੂੰ ਤਿਆਰ ਰਹਿ ਪੈਸੇ ਰੱਖ ਲੈ ਬਸ ਲਾਓ ਪੈਸੇ ਬੋਟੀ ਲੈ ਆਂਦੀ ਆ ਉਹ ਪਹਿਲਾਂ ਮੂੰਹ ਤਾਂ ਵਿਖਾ ਦੇ ਪੈਸੇ ਸਾਡੇ ਕੋਲ ਹੈਗੇ ਓ ਪਹਿਲਾਂ ਪੈਸੇ ਕੁੜੀ ਬਾਅਦ ਚ। ਲੈ ਪੈਸੇ ਦੀ ਜਿਹੜੀ ਗੱਲ ਆ ਬੰਦਿਆ ਜਦੋਂ ਜਨਾਨੀ ਆ ਗਈ ਆ ਤੇ ਪੈਸੇ ਕਿੱਥੇ ਚੱਲੇ ਆ ਹਲਾ ਤੇਰੇ ਪੈਸੇ ਤਾਂ ਮੈਂ ਰਾਤ ਹੀ ਗਿਣਲੇ ਸੀਗੇ ਚੱਕ ਤੂੰ ਹੁਣ ਜਾ ਤਾ ਚੈਂਟ ਵੀ ਲੱਗੇ ਐ ਸਾਲਿਆ ਬੋਈ ਬੜੀ ਵਧੀਆ ਆਉਂਦੀ ਆ ਨਹੀਂ ਪਹਿਲਾਂ ਅੱਛਾ ਲੈ ਪਰੇ ਜਾ ਮੈਂ ਪੈਸੇ ਨਹੀਂ ਦਿੱਤੇ ਮੇਰੇ ਵੀ ਅੱਧੇ ਪੈਸੇ ਇਹ ਅੱਧੇ ਲੱਗੇ ਪਹਿਲਾਂ ਮੈਂ ਵੇਖੂ ਐਵੇਂ ਵੇਖੇਗਾ ਪਹਿਲਾਂ ਮੈਂ ਓ ਪੈਸੇ ਦੋਨੇ ਵੇਖ ਲੈਨੇ ਆ ਆਪਣੇ ਕੋਲ ਹੀ ਆ ਇਹ ਕਿਹੜਾ ਚੱਲੀ ਆ ਕਿਤੇ ਆਏ ਓਏ ਅਮਲੀਆ ਓਏ ਕਰ ਓਏ ਉਹ ਪੈਸੇ ਦਾ ਮੈਨੂੰ ਅੱਛਾ ਅਮਲੀਆ ਮੈਂ ਨਹੀਂ ਗੱਲ ਨਹੀਂ ਦੇ ਨਹੀਂ ਪੈਸੇ ਸਾਡੇ ਲੱਗੇ ਆ ਚੁੱਪ ਪੈਸੇ ਮੈਂ ਦਿੱਤੇ ਜਾਣ ਨਾ ਨਹੀਂ ਬਰਾਬਰ ਹੈ ਅਮਲੀਆ ਪੈਸੇ ਬਰਾਬਰ ਹੈ ਇਹਨੂੰ ਪੁੱਛ ਲੈ ਇਹਨੇ ਸਾਰਾ ਕੀ ਪੁੱਛ ਲਾ ਹਾਂ ਫਿਰ ਆਇਆ ਕਰ ਮੇਰੀ ਗੱਲ ਸੁਣ ਹਾਂ ਬਰਦਾਸ਼ਤ ਕਰ ਲੈ ਹਾਂ ਇਹ ਵੀ ਗੱਲ ਸਹੀ ਹੈ ਆ ਜਾ ਦੇ ਜਾ ਦੇ ਇਹ ਦੀਵਾ ਹਾਂ ਇਹ ਪੁੱਠਾ ਆ ਗਿਆ ਹਾਂ ਆ ਤਾਂ ਮੇਰਾ ਅੱਛਾ ਇਹ ਸਿੱਧਾ ਆ ਗਿਆ ਤਾਂ ਤੇਰਾ ਅੱਛਾ ਬੋਲ ਕੀ ਲੈਣਾ ਮੈਂ ਸਿੱਟੂ ਰੱਖ ਨਹੀਂ ਕਿਵੇਂ ਪੁੱਠਾ ਆ ਗਿਆ ਹਾਂ ਤਾਂ ਮੇਰਾ ਹਾਂ ਸਿੱਧਾ ਆ ਗਿਆ ਤਾਂ ਤੇਰਾ ਚੱਲ ਸਿੱਧਾ ਆ ਗਿਆ ਆ ਸਿੱਧਾ ਆ ਗਿਆ ਇਹ ਤਾਂ ਸਕਿਆ ਸੀ ਆ ਸਿੱਧਾ ਆ ਗਿਆ ਅੱਛਾ ਸਿੱਧਾ ਆ ਗਿਆ ਸਿੱਧਾ ਆ ਗਿਆ ਤੇਰੀ ਵਾਰੀ ਹੈ ਸਿੱਧਾ ਆ ਗਿਆ ਤੇਰੇ ਅਮਲੀਆ ਤੇਰੀ ਵਾਰੀ ਹੈ ਭਾਈ ਅੱਲਾ ਲੈ ਵੀ ਅਮਲੀਆ ਤਾਸਤਾ ਜਿੱਤ ਗਿਆ ਜਾ ਭਾਈ ਤੇਰੀ ਵਾਰੀ ਹੈ ਬਸ ਆ ਤਾਂ ਵਿਨੇ ਭਰਾਵਾਂ ਵਾਲੀ ਗੱਲ ਹਾਂ ਅੱਲਾ ਅੱਲਾ ਚੱਲ ਆ ਮੇਰੀ ਰਾਤ ਹਾਂ ਤੇ ਆਪਾਂ ਲੁੱਟੇ ਗਏ ਕਿੱਥੇ ਆ ਗਈ ਤੇਰਾ ਘਰ ਹੋ ਗਿਆ ਤੇ ਤਰਫਾ ਚੱਲੀ ਆ ਓਏ ਅਮਲੀ ਆਇਆ ਨਾ ਬੜ ਆਇਆ ਜਾਂਦੇ ਓਏ ਆਇਆ ਨੂੰ ਜਾਂਦੇ ਚੁਗਰਾ ਕੀ ਹੋ ਗਿਆ ਕੀ ਹੋ ਗਿਆ ਕਿਵੇਂ ਦੱਸਾਂ ਤੇ ਆਪਣੇ ਪੈਸੇ ਪੈਸੇ ਲੁੱਟ ਕਿਉਂ ਮੈਨੂੰ ਹਾਏ ਤੱਕ ਸਮਝ ਨਹੀਂ ਆਈ ਪੈਸੇ ਕਿੱਧਰ ਗਏ ਬਾਟੀ ਬੱਚਾ ਬਲਿਆ ਓਏ ਹੋਇਆ
ਕੀ ਦੱਸੇਗਾ ਓਏ ਤੇਰੇ ਜੀਵਨ ਓਏ ਤੂੰ ਟਾਈਮ ਜੱਦੀ ਆਂਦਾ ਵਧੀਆ ਸੀਗਾ ਕਿਉਂ ਸਾਲਿਆ ਕੀ ਗੱਲ ਕੀ ਐ ਦੱਸੇ ਮਰੇਗਾ ਕੀ ਓਏ ਅਮਲੀਆ ਓਏ ਕੁੜੀ ਨਹੀਂ ਓਏ ਤਾਂ ਮੁੰਡਾ ਸੀਗਾ ਚੱਕ ਤੇ ਆਪਾਂ ਵੱਟਾ ਹੀ ਛਾਲ ਲਈਏ ਚੱਲ ਬਾਪੂ ਚੱਲੀਏ ਦੀਪੂ ਦੀ ਬੇਬੇ ਖੇਤ ਚੱਲੇ ਵੱਟਾ ਛਾਂਗਣ ਜੱਥੇਦਾਰ ਆਪਾਂ ਹੁਣ ਕੀ ਕਰੀਏ ਆਪਣਾ ਮੌਕਾ ਕਿਵੇਂ ਚਾਲੂ ਹੋਊਗਾ ਵੇਖੋ ਭਰਾਓ ਸਰਕਾਰ ਨੂੰ ਤਾਂ ਆਪਣੀ ਸੁਣੀ ਨਹੀਂ ਹੁਣ ਆਪਾਂ ਨੂੰ ਧੱਕੇ ਨਾਲ ਮੋਗਾ ਖੋਲਣਾ ਪੈਣਾ ਚੱਲ ਜਹੇਦਾਰਾ ਚੱਲ ਆਪਾਂ ਧੱਕੇ ਨਾਲ ਮੋਗਾ ਖੋਲੀਏ ਓਏ ਚਲੋ 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 ਮੈਨੂੰ ਲੱਗਦਾ ਹੈ ਸਾਰੇ ਮੋਗੇ ਤੇ ਚੱਲੇ ਆ ਤੇ ਮੈਂ ਚੱਲਦਾ ਹੁਣ ਪੁਲਿਸ ਕੋਲੇ। ਥਾਣੇਦਾਰ ਸਾਹਿਬ ਮੈਨੂੰ ਲੱਗਦਾ ਹੈ ਪਿੰਡ ਵਾਲੇ ਧੱਕੇ ਨਾਲ ਮੋਗਾ ਖੋਲਣ ਚੱਲੇ ਆ। ਇਹ ਗੈਰ ਕਾਨੂੰਨੀ ਹੈ, ਧੱਕੇ ਨਾਲ ਕੰਮ ਨਹੀਂ ਕਰ ਸਕਦੇ। ਤੁਸੀਂ ਜਾਓ ਤੇ ਉਹਨਾਂ ਨੂੰ ਰੋਕੋ ਇਸ ਕੰਮ ਤੋਂ। ਪਰ ਥਾਣੇਦਾਰ ਸਾਹਿਬ ਮੇਰਾ ਨਾਂ ਨਾ ਵਿੱਚ ਆਵੇ, ਮੇਰੇ ਤੇ ਤਾਂ ਪਿੰਡ ਵਾਲੇ ਪਹਿਲਾਂ ਹੀ ਬਹੁਤ ਲੱਗਦੇ ਆ। ਤੁਸੀਂ ਮੋਗੇ ਤੇ ਜਾਓ, ਮੈਂ ਜਥੇਦਾਰ ਦੇ ਘਰੇ ਜਾਣਾ ਤੇ ਉੱਥੇ ਮੇਰੇ ਕਿਸੇ ਨੇ ਸ਼ੱਕ ਨਹੀਂ ਕਰਨਾ। ਪਟਵਾਰੀ ਸਾਹਿਬ ਤੁਸੀਂ ਚੱਲੋ, ਮੈਂ ਆਪਣੇ ਪੁਲਿਸ ਮੁਲਾਜ਼ਮ ਲੈ ਕੇ ਮੋਗੇ ਤੇ ਜਾਣਾ। ਨੀ ਕਿੱਥੇ ਮਰੀ ਐ ਮਾਂ ਆਈ ਆਪੇ ਤਾਂ ਗਿਆ ਸੀ ਕੋਠੇ ਤੋਂ ਕੱਪੜੇ ਲਾ ਲਿਆ। ਬੇਬੇ ਬਾਪੂ ਕਿੱਥੇ ਗਿਆ ਹੈ? ਕੀ ਪਤਾ ਕਦੋਂ ਦਾ ਗਿਆ ਘਰੋਂ, ਕਹਿੰਦਾ ਸੀ ਮੈਂ ਖੇਤ ਚੱਲਿਆ ਵੱਟਾਂ ਪਾਉਣ। ਬੇਬੇ ਬਾਪੂ ਦੀ ਗੱਲ ਕਰਦੇ ਤੁਸੀਂ? ਬੇਬੇ ਵੱਟਾ ਪਾਉਣ ਨਹੀਂ ਗਿਆ ਬਾਪੂ ਤਾਂ ਮੋਗਾ ਪੁੱਟਣ ਗਿਆ। ਨਹੀਂ ਉਹ ਮੋਗੇ ਤੇ ਕਾਹਦਾ ਗਿਆ, ਉਹ ਤਾਂ ਗਿਆ ਸਰਕਾਰ ਨਾਲ ਮੱਥਾ ਲਾਉਣ। ਨਹੀਂ ਆਪਣਾ ਤਾਂ ਜੈਲਦਾਰ ਨਾਲ, ਪਟਵਾਰੀ ਨਾਲ, ਨੰਬਰਦਾਰ ਨਾਲ ਸਾਰਿਆਂ ਨਾਲ ਵਾਧੂ ਲੈਣ ਦੇਣ ਸੀਗਾ। ਉਹ ਮੋਗਾ ਪੁੱਟਣ ਕਾਹਦਾ ਗਿਆ, ਆਪਦੀਆਂ ਜੜਾਂ ਪੁੱਟਣ ਗਿਆ। ਦੱਸ ਬੇਬੇ ਬਾਪੂ ਕੱਲਾ ਥੋੜੀ ਗਿਆ ਵਾ, ਬਾਪੂ ਦੇ ਨਾਲ ਸਾਰਾ ਪਿੰਡ ਗਿਆ ਹੈ। ਸਾਡਾ ਕਿਹੜਾ ਕੱਲਿਆਂ ਦਾ ਪਾਣੀ ਬੰਦ ਸੀ, ਸਾਰੇ ਪਿੰਡ ਦੇ ਖੇਤਾਂ ਦਾ ਪਾਣੀ ਬੰਦ ਸੀ। ਸਾਨੂੰ ਕੀ ਲੋੜ ਸੀ ਅਸੀਂ ਜਾ ਕੇ ਸਰਕਾਰ ਨਾਲ ਮੱਥਾ ਲਾਈਏ। 2 ਮਹੀਨਿਆਂ ਤੋਂ ਸਾਡੇ ਖੇਤਾਂ ਨੂੰ ਪਾਣੀ ਦਾ ਤਬਕਾ ਨਹੀਂ ਮਿਲਿਆ। 2 ਮਹੀਨਿਆਂ ਤੋਂ ਖੇਤ ਸੁੱਕੇ ਖੜੇ ਪਏ ਨੇ, ਤਾਂ ਇਸੇ ਕਰਕੇ ਰੋਜ਼ 20 ਮੁੰਡਿਆਂ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਤੇ ਰੋਜ਼ ਡਾਂਗਾ ਖਾ ਕੇ 20 ਆਦਮੀ ਜੇਲ੍ਹ ਜਾਂਦੇ ਆ ਤਾਂ ਕਿ ਸਾਡੇ ਖੇਤਾਂ ਨੂੰ ਪਾਣੀ ਮਿਲ ਸਕੇ। ਇਸੇ ਕਰਕੇ ਤਾਂ ਸਾਰਾ ਪਿੰਡ ਆਵਾਜ਼ ਉਠਾਉਂਦਾ ਏ। ਤਾਂ ਜਦੋਂ ਸਾਰੇ ਪਿੰਡ ਆਵਾਜ਼ ਉਠਾਉਂਦਾ ਤੇ ਫਿਰ ਬਾਪੂ ਕਿਉਂ ਪਿੱਛੇ ਰਹਿੰਦਾ? ਨਹੀਂ ਇਹ ਤਾਂ ਲੋਕਾਂ ਦਾ ਚੱਕਿਆ ਚਕਾਇਆ ਫਿਰਦਾ ਹੈ। ਜਿਹੜਾ ਮਰਜ਼ੀ ਮਗਰ ਲਾ ਕੇ ਲੈ ਜਾਂਦਾ, ਇਹ ਤਾਂ ਭੋਲਾ ਹੈ। ਨਹੀਂ ਇਹਨੂੰ ਤਾਂ ਆਪਣੀ ਬਾਲੀ ਅੱਗ ਦੇ ਵਿੱਚ ਪਹਿਲਾਂ ਆਪ ਹੀ ਮੱਚਣਾ ਪੈਣਾ। ਜਾਂ ਨਹੀਂ ਪਿਓ ਵਰਗੀ ਲਾਈ ਲੱਗਣੀ ਹੈ। ਜਾ ਉੱਠ ਕੇ ਜਾ ਕੇ ਰੋਟੀਆਂ ਲਾ ਕੇ ਲਿਆ, ਮੈਂ ਜਾ ਕੇ ਮੱਝ ਦੀ ਧਾਰ ਕੱਢ ਲਿਆ। ਕਿਸੇ ਦਾ ਇਹ ਐਵੇਂ ਖੱਟਾ ਮਗਰ ਧੱਕੇ ਖਾਂਦਾ, ਪਤਾ ਨਹੀਂ ਉੱਥੇ ਡਾਂਗਾ ਵਰਦੀਆਂ, ਡਾਂਗਾ ਖਾਣ ਜਾਂਦਾ ਉੱਥੇ। ਤੈਨੂੰ ਕਿਸੇ ਗੱਲ ਦਾ ਪਤਾ ਤਾਂ ਹੈ ਨਹੀਂ ਮਾਂ, ਤੂੰ ਐਵੇਂ ਹੀ ਰੌਲਾ ਪਾਈ ਜਾਂਦੀ ਆ। ਚੰਗਾ ਅੱਗੇ ਤਾਂ ਰੋਟੀ ਮਿਲਦੀ ਸੀ, ਹੁਣ ਰੋਟੀ ਵੀ ਨਹੀਂ ਮਿਲਣੀ। ਨਹੀਂ ਮੋਰਚੇ ਮਾਰਚੇ ਦੀ ਕੀ ਲੋੜ ਸੀ, ਲੋਕਾਂ ਦੇ ਮਗਰ ਲੱਗ ਕੇ ਆਪਦਾ ਘਰ ਉਜਾੜਦਾ ਫਿਰਦਾ। ਇਹ ਕਿੱਧਰ ਦਾ ਸਿਆਣਾ ਹੈ। ਚੰਗਾ ਤੂੰ ਜਾ ਕੇ ਰੋਟੀਆਂ ਲਾ ਤੇ ਮੈਂ ਧਾਰ ਕੱਢ ਲਿਆਵਾਂ।
ਦੀਪੂ ਭੈਣੇ ਚਾਚੀ ਕਿੱਥੇ ਆ? ਹਾਂ ਵੀਰੇ, ਬੇਬੇ ਤਾਂ ਧਾਰ ਕੱਢਣ ਗਈ ਆ ਤੇ ਤੂੰ ਮੋਰਚੇ ਦਾ ਹਾਲ ਦੱਸ ਹੁਣ ਕੀ ਆ? ਸਾਰਾ ਪਿੰਡ ਤਾਂ ਮੋਰਚਾ ਪੱਟਣ ਪੁਲ ਤੇ ਪਹੁੰਚ ਗਿਆ। ਪਰ ਸਰਕਾਰ ਤਾਂ ਕਹਿੰਦੀ ਸੀ ਵੀਰੇ ਮੋਗਾ ਖੋਲ ਦਾਂਗੇ, ਪਾਣੀ ਬਹਾਲ ਕਰ ਦਾਂਗੇ। ਉਹ ਭੈਣੇ ਉਹ ਕਹਿੰਦੇ ਤਾਂ ਹੈ ਆ ਪਾਣੀ ਬਹਾਲ ਕਰ ਦਿਆਂਗੇ, ਉਹ ਪਰ ਪਾਣੀ ਬਹਾਲ ਕਰਦੀ ਥਾਂ ਤੇ ਭੈਣੇ ਉਹ ਡਾਂਗਾ ਦੇ ਬੰਦੂਕਾਂ ਨਾਲ ਡਰਾਉਂਦੇ ਆ। ਤੇ ਨਾਲੇ ਵੀਰੇ ਪਟਵਾਰੀਆਂ ਦਾ ਤੇ ਪਾਣੀ ਜਿਹੜਾ ਬਹਾਲ ਕਰ ਦਾਂਗੇ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ। ਉਹ ਮੰਗਾਂ ਤਾਂ ਵੰਡਦੇ ਨੇ ਪਰ ਉਹਦੀ ਥਾਂ ਤੇ ਡੰਗ ਤੋਂ ਤੂਖਾ ਵਿਖਾਉਂਦੇ ਆ। ਤੂੰ ਫਿਕਰ ਨਾ ਕਰ ਵੀਰੇ, ਔਰਤਾਂ ਦਾ ਜੱਥਾ ਤਿਆਰ ਕਰਕੇ ਮੈਂ ਨਾਲ ਜਾਵਾਂਗੀ। ਸਾਰੀਆਂ ਔਰਤਾਂ ਨੂੰ ਇਕੱਠੀਆਂ ਕਰਕੇ ਆਪਣੀਆਂ ਮੰਗਾਂ ਮਨਾਵਾਂਗੇ ਤੇ ਪਾਣੀ ਬਹਾਲ ਕਰਾਵਾਂਗੇ। ਚੰਗਾ ਭੈਣੇ, ਤੂੰ ਚਾਚੀ ਨੂੰ ਵੀ ਕਹੀ ਕਿ ਉਹਨਾਂ ਦੇ ਨਾਲ ਆਵੇ। ਵੀਰੇ ਤੂੰ ਉਹਦੀ ਗੱਲ ਛੱਡ, ਉਹ ਤਾਂ ਅੱਗੇ ਬਾਪੂ ਤੋਂ ਬਹੁਤ ਇੰਨਾ ਦੁਖੀ ਆ। ਸਰਕਾਰ ਨੇ ਸਾਡਾ ਪਾਣੀ ਨਹੀਂ ਖੋਇਆ, ਸਾਡਾ ਰੋਟੀ ਟੁੱਕ ਖੋਲਿਆ। ਸਾਰੇ ਪਿੰਡ ਦੇ ਮੁੰਡੇ ਵੱਧ ਚੜ ਕੇ ਹਿੱਸਾ ਲੈਣਗੇ। ਪੱਖੇ ਹੇਠਾਂ ਬਹਿਣ ਵਾਲੇ ਜੱਟਾਂ ਵਿੱਚ ਹਲ ਵਾਹੁਣ ਵਾਲੇ ਜੱਟਾਂ ਵਿੱਚ ਬਹੁਤ ਫਰਕ ਆ ਭੈਣੇ। ਚਰ ਇਹ ਫਰਕ ਨਹੀਂ ਮਿਲਦਾ, ਇਹ ਲੜਾਈ ਖਤਮ ਨਹੀਂ ਹੋਣੀ। ਵੀਰੇ ਮੈਂ ਰੋਟੀ ਲਾਈ ਆ, ਤੂੰ ਰੋਟੀ ਖਾ ਕੇ ਜਾਈਂ। ਹਾਂ ਬੇਬੇ, ਅੱਲਾ ਫੜ ਦੁੱਧ ਜਾ ਇਹਨੂੰ ਕਾੜ ਕੇ ਚੜਾਇਆ ਜਾ ਕੇ। ਰੋਟੀਆਂ ਪਕਾ ਲਈਏ? ਹਾਂ ਬੇਬੇ ਰੋਟੀਆਂ ਲਾ ਲੀਆਂ। ਤੂੰ ਕਦੋਂ ਆਇਆ ਵੇ ਕਰਨਿਆ? ਅਰੇ ਆ ਚਾਚੀ, ਵੇ ਤੂੰ ਕੀ ਗੱਲਾਂ ਕਰਦਾ ਸੀ? ਉਹੀ ਚਾਚੀ ਮੌਕੇ ਦੀਆਂ ਗੱਲਾਂ ਕਰਦੇ ਸੀ। ਅੱਜ ਨਾ ਸ਼ਾਇਦ ਆਪਣੇ ਪਿੰਡ ਦੇ ਨਾ ਬੁੜੀਆਂ ਕੁੜੀਆਂ ਦਾ ਜੱਥਾ ਵੀ ਜਾਵੇ। ਲੈ ਤੂੰ ਜਾਤ ਦੀ ਕੋੜ ਕਿਲੀ ਤੇ ਸ਼ਤੀਰਾਂ ਨੂੰ ਜੱਫੇ ਜਾ ਵੇ ਕਰਮਿਆ, ਜਿਉਂ ਜਾ ਤੇਰਾ ਚਾਚਾ ਹੋ ਜਾ ਤੂੰ। ਨੀ ਜਾ ਵੇਖਿਆ ਬੂਆ ਖੜਕੀ ਜਾਂਦਾ, ਕੌਣ ਆਇਆ ਬਾਹਰ? ਬੇਬੇ ਪਟਵਾਰੀ ਸਾਹਿਬ ਆਏ ਆ। ਜੀ ਆਇਆ ਨੂੰ। ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ ਦੀ ਪਜਾ ਕੁਰਸੀ ਚੱਕ ਹੋਰ ਕਰਮਿਆ ਕੀ ਹਾਲ ਹੈ? ਹਾਂਜੀ ਪਟਵਾਰੀ ਸਾਹਿਬ ਕਿਵੇਂ ਆਉਣਾ ਹੋਇਆ ਤੁਹਾਡਾ? ਕਾਹਦਾ ਆਉਣਾ ਹੈ? ਦੇਖ ਲਓ, ਮੈਂ ਕੇਸਰ ਸਿੰਘ ਨੂੰ ਰੋਕਿਆ ਵੀ ਸੀ ਵੀ ਜੱਥੇ ਦਾ ਆਗੂ ਨਾ ਬਣ ਕੇ ਜਾਈ, ਪਰ ਮੋਹਣੇ ਮੇਰੀ ਇੱਕ ਵੀ ਨਹੀਂ ਮੰਨੀ। ਪਹਿਲਾਂ ਤਾਂ ਸਰਕਾਰ ਦੇ ਅੱਗੇ ਹੋ ਕੇ ਸਰਕਾਰ ਨੂੰ ਵੋਟਾਂ ਪਵਾਈਆਂ, ਉਹਨਾਂ ਨੂੰ ਅਸੈਂਬਲੀ 'ਚ ਭੇਜਿਆ, ਪਰ ਹੁਣ ਉਹਨਾਂ ਦੇ ਉਲਟ ਚੱਲਣ ਲੱਗ ਪਿਆ। ਸਾਰੀ ਕੀਤੀ ਕਰਾਈ ਖੂਹ 'ਚ ਪਾਤੀ। ਸਰਕਾਰ ਤਾਂ ਸਾਰਾ ਕੁਝ ਕਰਨ ਨੂੰ ਤਿਆਰ ਹੈ, ਪਰ ਇਹਨਾਂ ਲੋਕਾਂ 'ਚ ਕੋਈ ਸਬਰ ਵੀ ਹੋਵੇ। ਸਬਰ ਹੋਰ ਕਿੰਨਾ ਕੁ? ਤੁਹਾਡੀ ਕੋਈ ਸੰਗੀ ਨੱਪੇ ਤੁਹਾਨੂੰ ਚੁੱਪ ਰਹਿਣ ਲਈ ਕਹੇ, ਤੁਸੀਂ ਕੀ ਮਹਿਸੂਸ ਕਰੋਗੇ? ਨਾ, ਕਿਹਦੀ ਸੰਗੀ ਕੁੱਟੀ ਗਈ? ਸੰਗੀ ਤਾਂ ਸਾਡੀ ਆਪੇ ਕੁੱਟੀ ਗਈ। ਸਾਡੇ ਖੇਤਾਂ ਦਾ ਪਾਣੀ ਜੂ ਬੰਦ ਹੋ ਗਿਆ। ਤੁਸੀਂ ਤਾਂ ਸਰਕਾਰ ਦੇ ਹੱਕ 'ਚ ਬੋਲਣਾ ਹੀ ਆ। ਸਰਕਾਰ ਤੁਹਾਨੂੰ ਤਨਖਾਹਾਂ ਜੂ ਦਿੰਦੀ ਆ। ਸਰਕਾਰ ਜਿਹੜੀ ਆਪਣੀ ਬਣਾਈ ਹੋਈ ਸਰਕਾਰ ਆ, ਸਾਡੀ ਕੱਲਿਆਂ ਦੀ ਸਰਕਾਰ ਆ। ਇਸੇ ਗੱਲ ਦਾ ਤਾਂ ਦੁੱਖ ਹੈ ਕਿ ਸਾਡੇ ਭਰਾਵਾਂ ਦੀ ਸਰਕਾਰ ਆ। ਜੇਲ੍ਹਾਂ ਵਿੱਚ ਸਾਡੇ ਭਰਾ ਸੜਦੇ ਨੇ ਤੇ ਬਿਨਾਂ ਪਾਣੀ ਤੋਂ ਸਾਡੇ ਖੇਤ। ਗੱਲ ਵਿੱਚੋਂ ਕੁਝ ਵੀ ਨਹੀਂ, ਲੋਕ ਐਵੇਂ ਰਾਈ ਦਾ ਪਹਾੜ ਬਣਾਈ ਬੈਠੇ ਆ। ਦੀਪੋ ਦੇ ਬਾਪੂ ਨੂੰ ਤਾਂ ਪਟਵਾਰੀ ਸਾਹਿਬ ਤੁਸੀਂ ਸਮਝਾ ਸਕਦੇ ਆ, ਹੋਰ ਕੋਈ ਨਹੀਂ ਸਮਝਾ ਸਕਦਾ ਉਹਨਾਂ ਨੂੰ। ਤੁਸੀਂ ਖੁਦ ਸਾਡੇ ਨਾਲ ਨਹੀਂ ਕਿ ਤੁਸੀਂ ਸਾਡੇ ਤੋਂ ਬਾਹਰ ਹੋ? ਆ ਭਲਾ ਫੈਸਲਾ ਹੋ ਗਿਆ ਸੀ ਕਰਮਿਆ, ਪਰ ਲਾਈ ਲੱਗਾ ਨੇ ਫੇਰ ਪੰਗਾ ਪਾਤਾ। ਅੱਛਾ ਅੱਛਾ, ਜਿਹੜੀ ਗੱਲ ਪਿੰਡ ਨੇ ਬਣਾਈ ਤੁਸੀਂ ਉਹ 'ਚ ਲੱਤ ਮਾਰਨ ਆਏ ਹੋ। ਕਰਮਿਆ, ਅਸੀਂ ਤਾਂ ਚਾਹੁੰਦੇ ਆ ਕਿ ਤੁਹਾਡੇ ਮਸਲੇ ਹੱਲ ਹੋਣ, ਅਸੀਂ ਤਾਂ ਤੁਹਾਡੇ ਨਾਲ ਆ। ਇਹ ਕਾਹਦਾ ਫੈਸਲਾ? ਆਦਮੀ ਸਾਡੇ ਜੇਲ੍ਹਾਂ 'ਚ, ਮੋਗੇ ਸਾਡੇ ਬੰਦ ਆ। ਮੋਗਾ ਤਾਂ ਬਹਾਲ ਹੋ ਜਾਵੇ ਜੇ ਤੇਰੇ ਵਰਗੇ ਲੱਤ ਨਾ ਅੜਾਉਣ ਤਾਂ। ਤੁਹਾਡੇ ਵਰਗੇ ਬੰਦੇ ਕੁਰਸੀ ਤੇ ਬਹਿ ਕੇ ਰੱਬ ਨੂੰ ਟੱਪ ਦੱਸਦੇ ਆ ਤੇ ਸਾਡੇ ਵਰਗੇ ਰੱਬ ਦਾ ਭਾਣਾ ਮੰਨਦੇ ਆ। ਤੁਸੀਂ ਤਾਂ ਚਾਹੁੰਦੇ ਆ ਵੀ ਸਰਕਾਰ ਤੁਹਾਡਾ ਕੰਮ ਵੀ ਕਰੇ ਤੇ ਤੁਹਾਡੀ ਲੱਤ ਵੀ ਉੱਤੇ ਰਵੇ। ਤੁਹਾਡੇ ਵਰਗੇ ਤਾਂ ਚਾਹੁੰਦੇ ਆ ਕਿ ਤੁਹਾਡੀ ਲੱਤ ਵੀ ਉੱਤੇ ਰਵੇ, ਇੱਧਰੋਂ ਤੁਸੀਂ ਸਾਡੀਆਂ ਲੱਤਾਂ ਖਿੱਚਦੇ ਹੋ। ਜਣਾ ਖਣਾ ਜੁੱਲੀ ਚੱਕ ਸਰਕਾਰ ਨਾਲ ਪੰਗਾ ਲੈ ਲੈਂਦਾ। ਸਰਕਾਰ ਇਹਨਾਂ ਮਲੰਗਾਂ ਨੂੰ ਕੀ ਸਮਝਦੀ ਹੈ? ਅੱਛਾ ਅੱਛਾ, ਪਟਵਾਰੀ ਸਾਹਿਬ ਤੁਸੀਂ ਇਹ ਸਮਝਦੇ ਹੋ ਕਿ ਸਰਕਾਰ ਦੀ ਇੱਜ਼ਤ ਆ ਤੇ ਜੱਟ ਦੀ ਕੋਈ ਇੱਜ਼ਤ ਨਹੀਂ? ਉਹ ਕਰਮੇ, ਉਹ ਛੋਟੇ ਵੀਰ, ਸਵਾਲ ਹੁਣ ਜੱਟਾਂ ਦੀ ਮੰਗਾਂ ਦਾ ਨਹੀਂ, ਗੱਲ ਤਾਂ ਅੜੀ ਦੀ ਹੈ। ਸਰਕਾਰ ਨੇ ਤਾਂ ਵੱਡਿਆਂ ਦੀ ਅੜ ਭੰਨਤੀ। ਆਪਾਂ ਕੀ ਚੀਜ਼ ਹੈ? ਜੇ ਸੱਥ ਵਿੱਚ ਇਹੋ ਜਿਹੀਆਂ ਗੱਲਾਂ ਕਰਦਾ ਤੇ ਅੱਜ ਨੂੰ ਜੇਲ੍ਹ 'ਚ ਹੁੰਦਾ। ਅੱਛਾ ਪਟਵਾਰੀ ਸਾਹਿਬ ਇਹ ਗੱਲ ਆ, ਇਹਦੇ ਤੁਸੀਂ ਮੇਰੇ ਘਰੇ ਖੜੇ ਹੋ। ਅਗਰ ਜੇ ਤੁਸੀਂ ਬਾਹਰ ਹੁੰਦੇ ਨਾ ਤੇ ਇਦੋਂ ਵੀ ਮੈਂ ਔਖੀਆਂ ਗੱਲਾਂ ਕਰਨੀਆਂ ਸੀ। ਪਟਵਾਰੀ ਸਾਹਿਬ ਜ਼ਮਾਨਾ ਬਦਲ ਗਿਆ ਹੈ, ਨਕਸ਼ੇ ਉਲਟ ਗਏ ਨੇ। ਚੁੱਪ ਕਰ ਵੇ ਕਰਮਿਆ, ਪਹਿਲਾਂ ਵੱਡਿਆਂ ਨਾਲ ਗੱਲ ਕਰਨ ਦਾ ਵੱਲ ਸਿੱਖ ਲੈ। ਇਹੋ ਜਿਹੇ ਸਿਆਪੇ ਤਾਂ ਤੇਰੇ ਵਰਗੇ ਮੁੰਡਿਆਂ ਨੇ ਹੀ ਪਾਏ ਆ। ਜਾ ਨੀ ਦੀਪੋ, ਦੁੱਧ ਲੈ ਕੇ ਆ ਪਟਵਾਰੀ ਸਾਹਿਬ ਵਾਸਤੇ। ਦੁੱਧ ਕਾਹਦਾ? ਇਹਨਾਂ ਨੂੰ ਮੋਗੇ ਬੰਦ ਕਰਾਈ ਦਾ ਨਾਮ? ਤੂੰ ਉਲਟੀ ਸਿੱਧੀ ਗੱਲ ਕਰਨੋਂ ਨਹੀਂ ਹਟਦਾ। ਨਾ ਮੋਗੇ ਭਲਾ ਮੈਂ ਬੰਦ ਕਰਾਇਆ? ਆ ਬੇਬੇ ਬਹੁਤ ਆਵਾਜ਼ ਵੀ ਆ ਰਹੀ ਆ, ਉੱਚੀ ਉੱਚੀ ਆਵਾਜ਼ਾਂ ਕਾਹਦੀਆਂ ਆ ਰਹੀਆਂ? ਇਹ ਆਵਾਜ਼ ਇੱਕ ਆਦਮੀ ਦੀ ਨਹੀਂ ਆ,
ਇਹ ਸਾਰੇ ਪਿੰਡ ਦੀ ਆਵਾਜ਼ ਆ। ਦੀਪੋ ਜਾ ਨਹੀਂ ਉੱਠ, ਇੱਥੇ ਤਾਂ ਗੱਲਾਂ ਮੁੱਕਣੀਆਂ ਹੀ ਨਹੀਂਗੀਆਂ। ਜਾਂ ਤੂੰ ਦੁੱਧ ਲਿਆ ਫੜ ਕੇ ਪਟਵਾਰੀ ਸਾਹਿਬ ਕੋਲ ਜਾਈ। ਵੇ ਕੀ ਹੋ ਗਿਆ ਸੰਤੂ, ਤੂੰ ਕਾਹਤੋਂ ਘਬਰਾਇਆ ਮੈਂ? ਲੱਗਦਾ ਪੁਲਿਸ ਦੀਆਂ ਡਾਂਗਾਂ ਆ ਕੇ ਆਇਆ। ਤਾਈ ਸਾਰਾ ਪਿੰਡ ਪੁਲਿਸ ਦੀਆਂ ਡਾਂਗਾ ਵੇਖ ਕੇ ਭੱਜ ਗਿਆ। ਤਾਇਆ ਇਕੱਲਾ ਹੀ ਮੋਰਚੇ ਤੇ ਖੜਾ ਰਿਹਾ। ਪੁਲਿਸ ਨੇ ਡਾਂਗਾ ਮਾਰੀਆਂ ਤੇ ਤਾਇਆ ਜ਼ਖਮੀ ਹੋ ਗਿਆ। ਹਾਏ ਵੇ ਕਿਵੇਂ ਹੋ ਗਿਆ? ਮੈਂ ਬਥੇਰਾ ਜਥੇਦਾਰ ਨੂੰ ਇਹ ਸਮਝਾਇਆ, ਪਰ ਮੇਰੀ ਉਹਨੇ ਇੱਕ ਨਹੀਂ ਮੰਨੀ ਤੇ ਇੱਥੋਂ ਤੱਕ ਨੌਬਤ ਪਹੁੰਚ ਗਈ। ਕਿਹੜਾ ਬੇੜਾ ਬਹਿ ਗਿਆ? ਕਿਹੜਾ ਬੇੜਾ ਬਹਿ ਗਿਆ? ਉਹ ਲੋਕੋ ਤੁਸੀਂ ਬਚਾਇਆ ਨਾ, ਤੁਸੀਂ ਬਚਾਇਆ ਨਾ। ਆਏ ਲੋਕੋ ਦੀ ਲੁੱਟੇ ਗਏ। ਬੇਕਰਮ ਬਾਪੂ ਆਪਾਂ ਨੂੰ ਕੱਲਿਆਂ ਨੂੰ ਛੱਡ ਗਿਆ। ਬਾਪੂ ਤੇਰੇ ਰਹਿੰਦੇ ਕੰਮ ਮੈਂ ਪੂਰੇ ਕਰਾਂਗੀ। ਬਾਪੂ ਤੇਰੇ ਰਹਿੰਦੇ ਕੰਮ ਮੈਂ ਪੂਰੇ ਕਰਾਂਗੀ। ਮੈਂ ਔਰਤਾਂ ਦਾ ਜੱਥਾ ਤਿਆਰ ਕਰਕੇ ਮੋਰਚੇ ਤੇ ਜਾਵਾਂਗੀ ਤੇ ਮੋਢੇ ਦਾ ਪਾਣੀ ਬਹਾਲ ਕਰਾਵਾਂਗੀ। ਲੈ ਸੁਣ ਲੋ, ਆ ਕੁੜੀ ਨਵਾਂ ਹੀ ਚੰਨ ਚੜਾਊਗੀ। ਪਹਿਲਾਂ ਪਿਓ ਨਹੀਂ ਰੁਕਿਆ, ਆ ਹੁਣ ਕੁੜੀ ਤੁਰ ਪਈ ਐ। ਭਲਾ ਬੰਦਿਆਂ ਦੇ ਕੰਮ ਬੁੜੀਆਂ ਕੁੜੀਆਂ ਤੋਂ ਹੁੰਦੇ ਆ। ਨਿਆਲਕੁਰੇ ਰੋਕ ਲੈ ਕੁੜੀ ਨੂੰ। ਪਹਿਲਾਂ ਕੀ ਖੱਟਿਆ ਜਿਹੜਾ ਹੁਣ ਖੱਟ ਲੋਗੇ। ਚੁੱਪ ਕਰੋ ਪਟਵਾਰੀਆ, ਬਾਲਾ ਬੋਲਣ ਦੀ ਲੋੜ ਨਹੀਂ। ਸਾਡੇ ਮੋਗੇ ਸਾਡੀਆਂ ਹੀ ਕੁੜੀਆਂ, ਅਸੀਂ ਜਾਈਏ ਜਾਂ ਨਾ ਜਾਈਏ, ਤੂੰ ਕਿਹਨਾਂ? ਅੱਗੇ ਉੱਥੇ ਜਾਣ ਦੇ ਨਤੀਜੇ ਤਾਂ ਵੇਖ ਹੀ ਲਏ ਆ। ਆ ਨਤੀਜਾ ਤੇਰੇ ਸਾਹਮਣੇ ਹੈ। ਇਸ ਨਤੀਜੇ ਦਾ ਜ਼ਿੰਮੇਵਾਰ ਕੌਣ ਆ? ਨਾ ਕੌਣ ਹੈ? ਦੱਸ ਕੌਣ ਹੈ? ਤੂੰ ਪਟਵਾਰੀਆ, ਤੂੰ ਜੇ ਸਹੀ ਹੁੰਦਾ ਤੇ ਮੋਗੇ ਜੋ ਚੱਲਦੇ ਹੁੰਦੇ ਤੇ ਆਹ ਖੂਨ ਖਰਾਬਾ ਨੂੰ ਦੇਖਣਾ ਪੈਂਦਾ। ਜੇ ਤੂੰ ਸਮਝਦਾ ਨਾ ਵੀ ਇਹ ਮੋਗੇ ਮੈਂ ਬੰਦ ਕਰਾਏ ਆ, ਇਹ ਕੰਮ ਮੈਂ ਕਰਾਇਆ, ਚੰਗਾ ਐ ਸਹੀ ਫਿਰ ਐ ਨਹੀਂ ਦੇਖ ਲੈ ਤੂੰ ਕੀ ਕਰਦਾ। ਕਰਾਂਗੇ ਪਟਵਾਰੀਆ ਕਰਾਂਗੇ, ਹੁਣ ਅਸੀਂ ਸਭ ਕੁਝ ਕਰਾਂਗੇ। ਦੇਖੇ ਜਾਈ ਹੁਣ ਕੀ ਹੁੰਦਾ। ਨਾ ਕੀ ਹੋਊਗਾ, ਨਾ ਕੀ ਕਰ ਲਓਗੇ ਤੁਸੀਂ? ਅਜੇ ਵੀ ਤੁਹਾਨੂੰ ਅਕਲ ਨਹੀਂ ਆਈ। ਪਹਿਲਾਂ ਸਾਨੂੰ ਵਾਕਈ ਅਕਲ ਨਹੀਂ ਸੀ, ਪਰ ਸਾਨੂੰ ਹੁਣ ਅਕਲ ਆ ਗਈ ਆ। ਸਾਨੂੰ ਕੀ ਪਤਾ ਤੂੰ ਸਾਡਾ ਪੈਰ ਵੱਢੀ ਆ ਨਾ।
ਸਾਡੇ ਚਾਚੇ ਨੇ ਤੈਨੂੰ ਪੁੱਤਾਂ ਵਾਂਗੂ ਰੱਖਿਆ, ਤੂੰ ਪਟਵਾਰੀਆ। ਵਾਕਈ ਪਟਵਾਰੀ ਵਾਲੀ ਗੱਲ ਕੀਤੀ ਨਾ, ਮੇਰਾ ਦਿਲ ਕਰਦਾ ਤੇਰੀ ਸੰਗੀ ਨੱਪਦਾ ਮੈਂ। ਓਏ ਸੰਗੀ ਕੁੱਟਣੀ ਦਾ ਬਹੁਤ ਔਖੀ ਐ, ਤੂੰ ਨੇੜੇ ਤਾਂ ਆ। ਟਾਈਮ ਵੇਖ, ਲਾਸ਼ ਤਾਂ ਤੁਹਾਡੀ ਘਰੇ ਪਈ ਹੈ। ਜਾ ਇਹ ਪਟਵਾਰੀਆ ਜਾ, ਸਾਰੇ ਕੰਮ ਤੇਰੇ ਪੈਰਾਂ ਤੋਂ ਹੋਏ ਆ। ਜੇ ਤੂੰ ਇਹ ਕੰਮ ਨਾ ਕਰਦਾ ਜਾਂ ਸਾਡੇ ਨਾਲ ਭਾਣੇ ਨਾ ਵਰਤਦੇ, ਚੰਗਾ ਹੋ ਜੇ ਚਲਾ ਜਾ ਇੱਥੋਂ ਬਸ। ਅਸੀਂ ਲੋਕਾਂ ਦਾ ਜਿੰਨਾ ਮਰਜ਼ੀ ਭਲਾ ਕਰ ਲਈਏ, ਪਰ ਅਖੀਰ ਸਾਡੇ ਸਿਰ ਸੁਆਹ ਹੀ ਪੈਣੀ ਹੈ। ਛੱਡ ਬਾਈ ਕਰਮਿਆ, ਹੁਣ ਬਾਪੂ ਨੂੰ ਲੈ ਕੇ ਚੱਲੀਏ, ਟਾਈਮ ਬਹੁਤ ਹੋ ਗਿਆ। ਚੱਲ ਬਈ। ਬਸ ਤੁਹਾਡਾ ਮੇਰੇ ਨਾਲ ਇੰਨਾ ਹੀ ਸਾਥ ਸੀਗਾ। ਦੱਸ ਭੈਣੇ, ਅਸੀਂ ਤੇਰੇ ਤੇ ਕੀ ਕਰ ਸਕਦੇ ਹਾਂ? ਤੁਸੀਂ ਹੁਣ ਸਾਰਿਆਂ ਨੇ ਮੇਰਾ ਸਾਥ ਦੇ ਕੇ ਮੇਰੇ ਬਾਪੂ ਦਾ ਸੁਪਨਾ ਪੂਰਾ ਕਰਨਾ। ਦੱਸ ਭੈਣੇ ਕੀ ਕਰਨਾ, ਅਸੀਂ ਸਾਰੇ ਤੇਰੇ ਨਾਲ ਆ। ਚਲੋ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਨਾਲ ਮੋਗੇ ਤੇ ਜਾਣਾ, ਉੱਥੇ ਜਾ ਕੇ ਆਪਾਂ ਸਾਰਿਆਂ ਨੇ ਧਰਨਾ ਦੇਣਾ ਤੇ ਪਾਣੀ ਬਹਾਲ ਕਰਾਉਣਾ। ਮੇਰੇ ਪਿੰਡ ਦੇ ਸਮੂਹਕ ਨਗਰ ਨਿਵਾਸੀਓ, ਭੈਣੋ, ਭਰਾਓ, ਮਾਤਾਓ, ਬਜ਼ੁਰਗੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਬਜ਼ੁਰਗ ਮੇਰੇ ਬਾਪੂ ਪਾਣੀ ਨੂੰ ਬਹਾਲ ਕਰਨ ਦੀ ਖਾਤਰ, ਮੋਗੇ ਨੂੰ ਚਾਲੂ ਕਰਾਉਣ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਆਪਣੀ ਕੁਰਬਾਨੀ ਦੇ ਦਿੱਤੀ। ਪਰ ਜਿਹੜੀ ਸਰਕਾਰ ਨੂੰ ਅਸੀਂ ਵੋਟਾਂ ਪਾਈਆਂ, ਜਿਹੜੀ ਸਰਕਾਰ ਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ, ਅੱਜ ਹੱਕਾਂ ਨੂੰ ਮੰਗਣ ਦੀ ਖਾਤਰ ਸਰਕਾਰ ਦੇ ਅੱਗੇ ਬਜ਼ੁਰਗਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਪਿੰਡ ਦੇ ਮੁੰਡਿਆਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ, ਡਾਂਗਾਂ ਖਾਣੀਆਂ ਪਈਆਂ। ਤਾਂ ਉਸੇ ਕਰਕੇ ਸਾਡੇ ਬਜ਼ੁਰਗ ਮੇਰੇ ਬਾਪੂ ਜੀ ਨੂੰ ਅੱਜ ਕੁਰਬਾਨੀ ਦੇਣੀ ਪਈ, ਕਿਉਂਕਿ ਜਿਹੜੀ ਸਰਕਾਰ ਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਤਾਂ ਅੱਜ ਉਹਨਾਂ ਦੇ ਰਾਜ ਵਿੱਚ ਕਿਸਾਨਾਂ ਨੂੰ ਖੁਦਕਸ਼ੀਆਂ ਕਰਨ ਲਈ ਮਜਬੂਰ ਕੀਤਾ, ਡਾਂਗਾਂ ਖਾਣ ਲਈ ਮਜਬੂਰ ਕੀਤਾ। ਅੱਜ ਮੈਂ ਇਸ ਧਰਨੇ ਤੇ ਪਰਨ ਕਰਦੀ ਹਾਂ ਕਿ ਸਰਕਾਰ ਦੇ ਖਿਲਾਫ
ਜੋ ਧਰਨਾ 2 ਦਿਨਾਂ ਤੋਂ ਚੱਲ ਰਿਹਾ ਹੈ, ਅੱਜ ਇਸ ਧਰਨੇ ਤੇ ਮੈਂ ਪਰਨ ਕਰਨੀ ਆ ਕਿ ਆਪਣੇ ਬਾਪੂ ਦਾ ਅਧੂਰਾ ਸੁਪਨਾ ਪੂਰਾ ਕਰਾਂਗੀ ਔਰ ਮੋਗੇ ਦਾ ਬੰਦ ਕੀਤਾ ਹੋਇਆ ਪਾਣੀ ਚਾਲੂ ਕਰਾਵਾਂਗੀ। ਅਗਰ ਇਹ ਤੁਹਾਡੇ ਸਾਰੇ ਹੀ ਪਿੰਡ ਵਾਲਿਆਂ ਦਾ ਸੰਯੋਗ ਮੈਨੂੰ ਆਈ ਮਿਲਦਾ ਰਹੇ ਤਾਂ ਅਸੀਂ ਸਾਰੇ ਮੋਗਾ ਚਾਲੂ ਕਰਾ ਕੇ ਹਟਾਂਗੇ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਜਥੇਦਾਰ ਦੀ ਮੌਤ ਦਾ ਸਾਨੂੰ ਬਹੁਤ ਦੁੱਖ ਹੈ। ਜਥੇਦਾਰ ਦੀ ਕੁਰਬਾਨੀ ਜਾਇਆ ਨਹੀਂ ਗਈ। ਉੱਤੋਂ ਲਿਖਤੀ ਰੂਪ ਦੇ ਵਿੱਚ ਆਰਡਰ ਆ ਗਿਆ ਮੋਗਾ ਚਾਲੂ ਕਰਵਾਉਣ ਦੇ, ਤੇ ਤੁਹਾਡੇ ਜਿਹੜੇ ਮੁੰਡੇ ਫੜੇ ਸੀ ਉਹ ਵੀ ਮੈਂ ਘਰੋਂ ਘਰੀ ਛੁਡਾ ਕੇ ਆ ਗਿਆ। ਤੇ ਬਾਕੀ ਪਟਵਾਰੀ ਦੇ ਖਿਲਾਫ ਜਿਹੜੀ ਰਹਿੰਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਤੇ ਅੱਗੇ ਤੋਂ ਵੀ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੈਂ ਤੁਹਾਡੇ ਨਾਲ ਖੜਾ, ਜਦੋਂ ਮਰਜ਼ੀ ਮੈਨੂੰ ਤੁਸੀਂ ਮਿਲ ਸਕਦੇ ਹੋ। ਅਸੀਂ ਸਰਕਾਰ ਦਾ ਸੁਨੇਹਾ ਲੈ ਕੇ ਆਏ, ਮੰਤਰੀ ਸਾਹਿਬ ਨੂੰ ਜੀ ਆਇਆਂ ਆਖਦੇ ਹਾਂ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮੈਂ ਸਾਰੇ ਆਪਣੇ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹਨਾਂ ਦੀ ਧੰਨਵਾਦੀ ਦੇ ਵਿੱਚ ਆਪਾਂ ਜੋਸ਼ ਖਰੋਸ਼ ਨਾਲ ਨਾਅਰੇ ਲਾਈਏ। ਮੰਤਰੀ ਸਾਹਿਬ ਜਿੰਦਾਬਾਦ, ਪੰਜਾਬ ਸਰਕਾਰ ਜਿੰਦਾਬਾਦ, ਦੀਪੋ ਸਾਡੀ ਜਿੰਦਾਬਾਦ, ਦੀਪੋ ਸਾਡੀ